What is D for democracy? Democracy means there is a election. In the election, there is before vote. Whosoever gets the maximum vote gets C for elected. The one who gets elected makes the G for government and gets T for tax money for providing our R for rights. We, the people of India, having solemnly resolved to constitute India into a sovereign, socialist, secular, democratic republic and to secure to all its citizens justice. A for admin, B for ballot book, C for constitution, D for democracy, E for election, F for freedom, G for government, H for happy, I for independent, J for judge, K for knowledge, L for law. ਮੈਂ 2013 ਤੋਂ ਬੱਚੇ ਪੜ੍ਹਾਉਣੇ ਸ਼ੁਰੂ ਕੀਤੇ ਸੀਗੇ ਤੇ ਹੁਣ 2021 ਆ ਗਿਆ। ਲਗਾਤਾਰ 8 ਸਾਲ ਦੇ ਬੱਚਿਆਂ ਨੂੰ ਪੜ੍ਹਾਉਂਦੇ ਹੋ ਗਏ ਔਰ 8 ਸਾਲਾਂ ਦਾ ਨਤੀਜਾ ਇਹ ਹੈ ਕਿ ਬੱਚੇ ਇੰਗਲਿਸ਼ ਮੀਡੀਅਮ ਵਿੱਚ ਪੜ੍ਹਦੇ ਨੇ। ਹੁਣ ਕੁਝ ਬੱਚੇ ਇਹਨਾਂ 'ਚੋਂ ਲਾਇਰ ਬਣਨਾ ਚਾਹ ਰਹੇ ਨੇ, ਕੋਈ IAS ਬਣਨਾ ਚਾਹ ਰਿਹਾ। ਉਹ ਇੱਕ ਅਰਮਾਨ ਇਹਨਾਂ ਦੇ ਅੰਦਰ ਪੈਦਾ ਹੋਇਆ ਇਸ ਚੀਜ਼ ਨੂੰ ਜਾਣਦੇ ਹੋਏ ਜਦੋਂ ਇਹਨਾਂ ਨੂੰ ਸਿੱਖਿਆ ਸਮਝ ਆਉਣ ਲੱਗ ਗਈ। ਪ੍ਰੀਐਮਬਲ ਦੇ ਬਾਰੇ ਸੁਣਾ ਸਕਦੇ ਤੁਸੀਂ? ਹੁਣ ਸਾਡਾ ਕੰਟਰੀ ਜਿਹੜਾ ਹੈਗਾ ਲੋਕਤੰਤਰਿਕ ਹੈ, ਡੈਮੋਕ੍ਰੈਟਿਕ ਹੈ। ਇਹਨੂੰ D for ਡੈਮੋਕ੍ਰੇਸੀ ਦੇ ਮਾਧਿਅਮ ਦੇ ਨਾਲ ਅਸੀਂ ਸਾਰੀ ਡੈਮੋਕ੍ਰੇਸੀ ਸਮਝਾਉਂਦੇ ਹਾਂ। C for ਕੌਨਸਟੀਟਿਊਸ਼ਨ ਇਸ ਕਰਕੇ ਪੜ੍ਹਾਉਣਾ ਜ਼ਰੂਰੀ ਹੈ ਕਿਉਂਕਿ ਜਿੰਨੀ ਵੀ ਡੈਮੋਕ੍ਰੈਟਿਕ ਗਵਰਨਮੈਂਟ ਹੈ ਉਹਦੇ ਜਿੰਨੇ ਵੀ ਅਧਿਕਾਰ ਹੈ ਉਹ ਕੌਨਸਟੀਟਿਊਸ਼ਨ 'ਚ ਆਉਂਦੇ ਆ। ਇਹਨਾਂ ਦੇ ਬੱਚਿਆਂ ਦੇ ਅਧਿਕਾਰ ਵੀ ਕੌਨਸਟੀਟਿਊਸ਼ਨ 'ਚ ਆਉਂਦੇ ਆ। ਹੁਣ ਜਿਹੜੇ ਬੰਦੇ ਤੇ ਪਾਵਰ 'ਚ ਆ ਉਹ ਤੇ ਆਪਣੇ ਅਧਿਕਾਰ ਲਈ ਜਾਂਦੇ ਆ, ਲੇਕਿਨ ਬੱਚਿਆਂ ਦੇ ਅਧਿਕਾਰ ਜਿਹੜੇ ਆ ਉਹ ਡਿਨਾਈ ਹੋਈ ਜਾ ਰਹੇ ਆ। 26 ਉਹ ਚੈਪਟਰ ਸਿਖਾ ਦਿੰਦੀ ਹੈ ਜਿਹਦੇ ਨਾਲ ਇਹਨਾਂ ਨੂੰ ਸਾਰਾ ਪਤਾ ਚੱਲ ਜਾਏਗਾ ਕਿ ਦੇਸ਼ ਕਿੱਦਾਂ ਚੱਲਦਾ, ਇਹਨਾਂ ਦੀ ਜ਼ਿੰਦਗੀ ਕਿੱਦਾਂ ਚੱਲਦੀ ਹੈ। ਸਿੱਖਿਆ ਦੇ ਨਾਲ ਹਰ ਤਰ੍ਹਾਂ ਦਾ ਕੰਮ ਸਾਡਾ ਸੋਲਵ ਹੋ ਜਾਏਗਾ। ਇਹਨਾਂ ਨੂੰ ਪੇੜਾਂ ਦੀ ਵੀ ਵੈਲਿਊ ਪਤਾ ਚੱਲ ਜਾਏਗੀ, ਸੜਕਾਂ ਸਾਫ਼ ਰੱਖਣੀਆਂ, ਪਬਲਿਕ ਪ੍ਰੋਪਰਟੀ ਕਿੱਦਾਂ ਮੇਨਟੇਨ ਕਰਨੀ ਹੈ, ਹਰ ਚੀਜ਼ ਇਹਨਾਂ ਨੂੰ ਪਤਾ ਹੋਏਗੀ। ਅਤੇ ਜਿਹੜੇ ਸਾਡੇ ਰਿਸੋਰਸਿਸ ਵੇਸਟ ਹੁੰਦੇ ਆ ਉਹਦੀ ਵੇਸਟੇਜ ਵੀ ਰੁਕ ਜਾਏਗੀ ਅਤੇ ਸਾਡਾ ਦੇਸ਼ ਆਪਣੇ ਆਪ ਹੀ ਤਰੱਕੀ 'ਤੇ ਚੱਲ ਜਾਏਗਾ। ਹੁਣ ਐਡਮਿਨਿਸਟ੍ਰੇਸ਼ਨ ਹੈ ਕਿ ਲੋਕਾਂ ਨੂੰ ਪਤਾ ਨਹੀਂ, ਫਿਰ ਅਸੀਂ ਕਿਹਾ ਵੀ ਜੇ ਐਡਮਿਨਿਸਟ੍ਰੇਸ਼ਨ ਪਤਾ ਹੀ ਨਹੀਂ ਤਾਂ ਐਡਮਿਨਿਸਟ੍ਰੇਸ਼ਨ ਤੋਂ ਕੰਮ ਕਿੱਦਾਂ ਕਰਾਉਣਗੇ। ਅਤੇ ਇਸ ਕਰਕੇ ਇਹਨਾਂ ਵਾਸਤੇ ਜ਼ਰੂਰੀ ਹੈ ਕਿ ਪਹਿਲਾਂ ਐਡਮਿਨਿਸਟ੍ਰੇਸ਼ਨ ਜਾਣਨ। ਅਸੀਂ ਕਿਹਾ ਫਿਰ A for ਐਪਲ ਪੜ੍ਹਾਉਣ ਦੀ ਬਜਾਏ A for ਐਡਮਿਨਿਸਟ੍ਰੇਸ਼ਨ ਪੜ੍ਹਾਓ। ਜਦੋਂ ਅਜਿਹੇ ਬੱਚੇ ਰਹਿ ਜਾਂਦੇ ਨੇ ਤਾਂ ਤੁਸੀਂ ਕਿਸ ਨੂੰ ਜ਼ਿੰਮੇਵਾਰ ਮੰਨੋਗੇ ਜਿਹੜੇ ਇਹਨਾਂ ਦੀ ਐਜੂਕੇਸ਼ਨ ਰਹਿ ਜਾਂਦੀ? ਲਾਈਵਲੀਹੁੱਡ ਦਾ ਅਧਿਕਾਰ ਹੈ, ਕੰਮਕਾਰ ਦਾ ਅਧਿਕਾਰ ਹੈ, ਲੇਕਿਨ ਬਹੁਤ ਸਾਰੇ ਲੋਕ ਗਰੀਬ ਰਹਿ ਗਏ। ਅਤੇ ਜਦ ਤੱਕ ਲੋਕ ਸ਼ਿਕਸ਼ਿਤ ਨਹੀਂ ਹੋਣਗੇ ਉਹਨਾਂ ਨੂੰ ਆਪਣੇ ਅਧਿਕਾਰ ਪਤਾ ਨਹੀਂ ਚੱਲਣੇ। ਪੜ੍ਹੇ ਹੋਣਗੇ, ਸ਼ਿਕਸ਼ਿਤ ਹੋਣਗੇ, ਅਧਿਕਾਰ ਪਤੇ ਹੋਣਗੇ ਅਤੇ ਜਦੋਂ ਅਧਿਕਾਰ ਪਤਾ ਹੋਣਗੇ ਅਤੇ ਅਧਿਕਾਰਾਂ ਦੀ ਮੰਗ ਵੀ ਕਰਨਗੇ। ਫਿਰ ਇਹਨਾਂ ਨੂੰ ਇਹ ਵੀ ਸਮਝ ਆਏਗਾ ਕਿ ਸਰਕਾਰ ਅਧਿਕਾਰ ਦਿੰਦੀ ਕਿੱਦਾਂ ਦੇਊਗੀ, ਸਰਕਾਰ ਕੋਲ ਸਾਧਨ ਕਿੱਥੋਂ ਆਉਣਗੇ। ਹੁਣ ਅਸੀਂ ਇਹ ਬੱਚਿਆਂ ਨੂੰ T for ਟੈਕਸ ਇਸ ਕਰਕੇ ਪੜ੍ਹਾਉਂਦੇ ਹਾਂ ਕਿ ਇਹਨਾਂ ਨੂੰ ਇਹ ਵੀ ਪਤਾ ਚੱਲੇ ਕਿ ਜਿਹੜੇ ਸਾਧਨ ਹੈ ਸਰਕਾਰ ਕੋਲ ਉਹ ਟੈਕਸ ਦੇ ਥਰੂ ਇਕੱਠੇ ਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਗੁਰਦੀਪ ਸਿੰਘ ਲੰਮੇ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਜ਼। ਸਿਆਣੇ ਕਹਿੰਦੇ ਨੇ ਕਿ ਅਗਰ ਚੋਰ ਚੋਰੀ ਕਰਨ ਆਉਂਦਾ ਹੈ ਤੁਹਾਡੇ ਘਰ ਦੇ ਵਿੱਚ ਤਾਂ ਸਭ ਕੁਝ ਚੋਰੀ ਕਰਕੇ ਲਿਜਾ ਸਕਦਾ ਹੈ, ਲੇਕਿਨ ਜੋ ਤੁਹਾਡੇ ਕੋਲ ਨੌਲੇਜ ਹੈ, ਜੋ ਤੁਹਾਡੀ ਐਜੂਕੇਸ਼ਨ ਹੈ, ਉਹ ਤੁਹਾਡੇ ਤੋਂ ਚੋਰੀ ਨਹੀਂ ਕੀਤੀ ਜਾ ਸਕਦੀ। ਜੋ ਤੁਸੀਂ ਸਿੱਖਿਆ ਲਈ ਹੈ ਉਹ ਚੋਰੀ ਨਹੀਂ ਕੀਤੀ ਜਾ ਸਕਦੀ। ਔਰ ਸਾਡੇ ਫਾਦਰ ਆਫ ਦੀ ਕੌਂਸਟੀਟਿਊਸ਼ਨ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਵੱਲੋਂ ਜਦੋਂ ਕੌਂਸਟੀਟਿਊਸ਼ਨ ਤਿਆਰ ਕੀਤਾ ਗਿਆ ਸੀ ਤਾਂ ਉਸ ਕੌਂਸਟੀਟਿਊਸ਼ਨ ਦੇ ਵਿੱਚ ਹਰ ਇੱਕ ਨੂੰ ਰਾਈਟ ਦਿੱਤਾ ਗਿਆ ਸੀਗਾ, ਰਾਈਟ ਟੂ ਗੈਟ ਐਜੂਕੇਸ਼ਨ। ਤੁਸੀਂ ਆਪਣੀ ਐਜੂਕੇਸ਼ਨ ਜਿਹੜੀ ਹੈ ਲੈ ਸਕਦੇ ਹੋ, ਤੁਹਾਡੇ ਕੋਲ ਰਾਈਟ ਹੈ, ਤੁਸੀਂ ਸਿੱਖਿਆ ਆਪਣੀ ਲੈ ਸਕਦੇ ਹੋ। ਲੇਕਿਨ ਸਾਡੇ ਦੇਸ਼ ਦੇ ਵਿੱਚ ਅਜਿਹਾ ਸਿਸਟਮ ਹੈ ਕਿ ਜਿਹੜੇ ਗਰੀਬ ਪਰਿਵਾਰ ਨੇ ਜੋ ਐਜੂਕੇਸ਼ਨ ਅਫੋਰਡ ਨਹੀਂ ਕਰ ਸਕਦੇ ਤਾਂ ਉਹਨਾਂ ਦੇ ਨਾਲ ਕੀ ਹੁੰਦਾ ਹੈ। ਅਗਰ ਜਿਸ ਦੇ ਕੋਲ ਪੈਸੇ ਨੇ ਤਾਂ ਫੀਸਾਂ ਇੰਨੀਆਂ ਹੋ ਚੁੱਕੀਆਂ ਨੇ ਕਿ ਸਕੂਲਾਂ ਦੇ ਵਿੱਚ ਫੀਸਾਂ ਜਿਹੜੇ ਭਰ ਲੈਂਦੇ ਨੇ ਉਹ ਐਜੂਕੇਸ਼ਨ ਆਪਦੀ ਲੈ ਲੈਂਦੇ ਨੇ, ਲੇਕਿਨ ਜਿਹੜੇ ਗਰੀਬ ਪਰਿਵਾਰ ਨੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰਹਿ ਜਾਂਦੇ ਨੇ। ਲੇਕਿਨ ਅੱਜ ਅਸੀਂ ਤੁਹਾਨੂੰ ਜਿਨ੍ਹਾਂ ਸ਼ਖਸ ਦੇ ਨਾਲ ਮਿਲਾਉਣ ਜਾ ਰਹੇ ਹਾਂ ਉਹਨਾਂ ਦੇ ਵੱਲੋਂ ਉਪਰਾਲਾ ਕੀਤਾ ਗਿਆ ਹੈ ਕਿ ਜਿਹੜੇ ਗਰੀਬ ਪਰਿਵਾਰ ਨੇ ਜਾਂ ਝੁੱਗੀ ਝੌਂਪੜੀਆਂ ਦੇ ਵਿੱਚ ਕੋਈ ਰਹਿੰਦੇ ਨੇ ਜਾਂ ਕੋਈ ਅਜਿਹੇ ਪਰਿਵਾਰ ਜੋ ਆਪਣੇ ਬੱਚਿਆਂ ਨੂੰ ਨਹੀਂ ਪੜ੍ਹਾ ਸਕਦੇ ਤਾਂ ਉਹਨਾਂ ਨੂੰ ਐਜੂਕੇਸ਼ਨ ਜਿਹੜੀ ਦਿੱਤੀ ਜਾ ਰਹੀ ਹੈ। ਤਾਂ ਪਹਿਲਾਂ ਸਭ ਤੋਂ ਪਹਿਲਾਂ ਦਿਖਾਉਂਦੇ ਹਾਂ ਕਿ ਅਸੀਂ ਹੈ ਕਿੱਥੇ ਹਾਂ। ਅਸੀਂ ਇਸ ਵੇਲੇ ਹੈਬੋਵਾਲ ਰੋਡ 'ਤੇ ਮੌਜੂਦ ਹਾਂ ਲੁਧਿਆਣਾ ਵਿਖੇ, ਜਿੱਥੇ ਇੱਕ ਐਡਵੋਕੇਟ ਨੇ, ਹਰੀਓਮ ਜੀ ਉਹਨਾਂ ਦਾ ਨਾਮ ਹੈ, ਜਿਨ੍ਹਾਂ ਦੇ ਵੱਲੋਂ ਇਹ ਉਪਰਾਲਾ ਜਿਹੜਾ ਚਲਾਇਆ ਗਿਆ ਹੈ ਕਿ ਜਿਹੜੇ ਬੱਚੇ ਨੇ, ਗਰੀਬ ਪਰਿਵਾਰਾਂ ਦੇ ਬੱਚੇ ਨੇ, ਉਹਨਾਂ ਨੂੰ ਐਜੂਕੇਸ਼ਨ ਦਿੱਤੀ ਜਾ ਸਕੇ। ਐਡਵੋਕੇਟ ਸਾਹਿਬ ਸਾਡੇ ਨਾਲ ਮੌਜੂਦ ਨੇ। ਐਡਵੋਕੇਟ ਸਾਹਿਬ ਬਹੁਤ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। ਐਡਵੋਕੇਟ ਸਾਹਿਬ, ਜਿਹੜਾ ਤੁਸੀਂ ਉਪਰਾਲਾ ਕਰੋ, ਸਭ ਤੋਂ ਪਹਿਲਾਂ ਬਾਕੀ ਸ਼ਲਾਘਾਯੋਗ ਹੈ ਜਿਹੜਾ ਤੁਸੀਂ ਕਦਮ ਚੱਕਿਆ ਗਿਆ ਜਿਹੜੇ ਗਰੀਬ ਪਰਿਵਾਰ ਨੂੰ ਪੜ੍ਹਾਉਣ ਦੇ ਲਈ।
ਔਰ ਇਸ ਦੇ ਨਾਲ ਤੁਹਾਨੂੰ ਇਹ ਵੀ ਪੁੱਛਣਾ ਚਾਹੁੰਦਾ ਕਿ ਇਹ ਉਪਰਾਲੇ ਦੇ ਪਿੱਛੇ ਮੰਤਵ ਕੀ ਸੀਗਾ? ਦੇਖੋ ਜੀ, ਪਹਿਲਾਂ ਤਾਂ ਮੈਂ ਰੱਬ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਉਹਨੇ ਮੈਨੂੰ ਇੱਕ ਬਿਜ਼ਨਸਮੈਨ ਤੋਂ ਮੋਲਡ ਕੀਤਾ। ਮੋਲਡ ਕਰਕੇ ਮੈਨੂੰ ਇਹ ਜਿਹੜੇ ਪਰਮਾਤਮਾ ਦਾ ਰੂਪ, ਬੱਚਿਆਂ ਨੂੰ ਅਸੀਂ ਪਰਮਾਤਮਾ ਦਾ ਰੂਪ ਮੰਨਿਆ ਜਾਂਦਾ ਹੈ, ਉਹਨਾਂ ਦੇ ਨਾਲ ਮੈਨੂੰ ਜੋੜਿਆ। ਉਹ ਬੱਚੇ ਜਿਹੜੇ ਕੂੜਾ ਕਰਕਟ ਚੱਕਦੇ ਸੀ, ਪਾਥੀਆਂ ਬਣਾਉਂਦੇ ਸੀ, ਉਹਨਾਂ ਦੇ ਨਾਲ ਜੋੜ ਕੇ ਇਹਨਾਂ ਦੇ ਜੀਵਨ ਨੂੰ ਮੈਨੂੰ ਸਮਝਣ ਦਾ ਮੌਕਾ ਮਿਲਿਆ। ਤੇ ਮੈਨੂੰ ਇੱਕ ਮੌਕਾ ਮਿਲਿਆ ਕਿ ਮੈਂ ਇਹਨਾਂ ਦੇ ਨਾਲ ਜੁੜ ਕੇ ਜਿਹੜੀ ਇਹਨਾਂ ਨੂੰ ਗਿਆਨ ਦਾ ਚਾਨਣ ਆ, ਜਿਹੜਾ ਇੱਕ ਦੀਵਾ ਹੈ, ਉਹ ਮੈਨੂੰ ਇਹਨਾਂ ਦੇ ਅੰਦਰ ਜਲਾਉਣ ਦਾ ਮੌਕਾ ਮਿਲਿਆ। ਤੇ ਮੰਤਵ ਇਹ ਸੀਗਾ ਕਿ ਜਿਹੜੀ ਸਾਡੇ ਦੇਸ਼ ਦੀ ਲੋਕਤੰਤਰ ਸਿਸਟਮ ਹੈ, ਇਹ ਚੱਲਦਾ ਹੈ ਲੋਕਾਂ ਦੀ ਮਿਲੀ ਜੁਲੀ ਸਰਕਾਰ ਦੇ ਨਾਲ, ਲੋਕਾਂ ਦੀਆਂ ਵੋਟਾਂ ਦੇ ਨਾਲ ਸਰਕਾਰ ਬਣਦੀ ਹੈ। ਇਹਨਾਂ ਬੱਚਿਆਂ ਨੇ ਵੀ ਵੱਡੇ ਹੋ ਕੇ ਵੋਟਰ ਬਣਨਾ ਹੈ, ਇਹਨਾਂ ਦੇ ਮਾਪੇ ਵੀ ਵੋਟਰ ਨੇ। ਬੱਚੇ ਸ਼ਿਕਸ਼ਿਤ ਹੋਣਗੇ, ਆਪਣੇ ਮਾਪੇ ਨੂੰ ਵੀ ਸ਼ਿਕਸ਼ਿਤ ਕਰ ਦੇਣਗੇ। ਇਹ ਸਮਝਦਾਰੀ ਨਾਲ ਵੋਟ ਪਾਣਗੇ, ਦੇਸ਼ ਦੇ ਸਿਸਟਮ ਨੂੰ ਸਮਝਣਗੇ ਤੇ ਦੇਸ਼ ਦੇ ਸਿਸਟਮ ਨੂੰ ਸੁਧਾਰਨ ਦੇ ਵਿੱਚ ਯੋਗਦਾਨ ਪਾਣਗੇ। ਤੇ ਜੇ ਪੜ੍ਹੇ ਲਿਖੇ ਨਹੀਂ ਹੋਣਗੇ, ਫਿਰ ਅਗਿਆਨਤਾ, ਮੂਰਖਤਾ ਤੇ ਜਿਵੇਂ ਸਾਡੇ ਕਰਪਟ ਭ੍ਰਸ਼ਟ ਰਾਜਨੀਤਿਕ ਨੇਤਾ ਸਾਡਾ ਮੂਰਖ ਬਣਾਉਂਦੇ ਆ ਰਹੇ ਆ, ਉਹ ਮੂਰਖ ਬੰਦਾ ਸਾਡਾ ਚਾਲੂ ਰਹੇਗਾ। ਤੇ ਸਾਡੇ ਦੇਸ਼ ਦੇ ਜਿਹੜੀ ਗਰੀਬੀ ਹੈ, ਉਹ ਕਿੱਦਾਂ ਖਤਮ ਹੋਏਗੀ, ਔਰ ਅਮੀਰੀ ਔਰ ਗਰੀਬੀ ਦਾ ਅਨੁਪਾਤ ਕਿੱਦਾਂ ਖਤਮ ਹੋਏਗਾ ਜੇ ਅਸੀਂ ਸਿੱਖਿਆ ਨਹੀਂ ਫੈਲਾਵਾਂਗੇ। ਜਦੋਂ ਆਪਣਾ ਕਨਸਟੀਟਿਊਸ਼ਨ ਐਡਵੋਕੇਟ ਸਾਹਿਬ ਜਦੋਂ ਬਣਾਇਆ ਸੀਗਾ, ਤਾਂ ਉਸ ਵੇਲੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਹਰ ਇੱਕ ਨੂੰ ਰਾਈਟ ਹੈ ਐਜੂਕੇਸ਼ਨ ਲੈਣ ਦਾ, ਨਾ ਸਾਡੇ ਕੋਲ ਰਾਈਟ ਹੈ। ਲੇਕਿਨ ਅਜਿਹੇ ਬੱਚੇ ਜਦੋਂ ਰਹਿ ਜਾਂਦੇ ਨੇ, ਤਾਂ ਤੁਸੀਂ ਕਿਸ ਨੂੰ ਜ਼ਿੰਮੇਵਾਰ ਮੰਨੋਗੇ ਜਿਹੜੇ ਇਹਨਾਂ ਦੀ ਐਜੂਕੇਸ਼ਨ ਰਹਿ ਜਾਂਦੀ ਹੈ? ਦੇਖੋ, ਜਿਹੜੀ ਲੋਕਤੰਤਰ ਦੇ ਵਿੱਚ ਸਰਕਾਰ ਹੈ ਨਾ, ਉਹ ਲੋਕਾਂ ਨੇ ਬਣਾਉਣੀ ਹੈ। ਲੋਕਾਂ ਨੇ ਸਿਰਫ ਸਰਕਾਰ ਨਹੀਂ ਬਣਾਉਣ ਤੱਕ ਉਹਨਾਂ ਦੀ ਰੋਲ ਖਤਮ ਹੋਣਾ ਚਾਹੀਦਾ। ਉਹਨਾਂ ਦਾ ਰੋਲ ਇਹ ਵੀ ਹੋਣਾ ਚਾਹੀਦਾ ਕਿ ਸਰਕਾਰ ਨੂੰ ਸਵਾਲ ਕੀਤੇ ਜਾਣ ਕਿ ਉਹਨਾਂ ਨੇ ਸਰਕਾਰ ਨੇ ਕੰਮ ਕਿਉਂ ਨਹੀਂ ਕੀਤਾ। ਇਹ ਕਈ ਸਾਲਾਂ ਤੋਂ ਇਹ ਕਮੀ ਰਹੀ ਹੈ ਕਿ ਨਾ ਤੇ ਲੋਕਾਂ ਨੇ ਸਵਾਲ ਖੜੇ ਕੀਤੇ। ਸੰਵਿਧਾਨ ਦੇ ਵਿੱਚ ਤੇ ਬੜੇ ਸਾਰੇ ਅਧਿਕਾਰ ਹੈ, ਇਕੱਲਾ ਸਿੱਖਿਆ ਦਾ ਅਧਿਕਾਰ ਨਹੀਂ ਹੈ, ਸਾਫ਼ ਸਫਾਈ ਦਾ ਵੀ ਅਧਿਕਾਰ ਹੈ, ਨੌਕਰੀ ਦਾ ਵੀ ਅਧਿਕਾਰ ਹੈ, ਲਾਈਵਲੀਹੁੱਡ ਦਾ ਅਧਿਕਾਰ ਹੈ, ਕੰਮਕਾਰ ਦਾ ਅਧਿਕਾਰ ਹੈ। ਲੇਕਿਨ ਬਹੁਤ ਸਾਰੇ ਲੋਕ ਗਰੀਬ ਰਹਿ ਗਏ। ਤੇ ਜਦ ਤੱਕ ਲੋਕ ਸਿੱਖਿਤ ਨਹੀਂ ਹੋਣਗੇ, ਉਹਨਾਂ ਨੂੰ ਆਪਣੇ ਅਧਿਕਾਰ ਪਤਾ ਨਹੀਂ ਚੱਲਣੇ। ਪੜ੍ਹੇ ਹੋਣਗੇ, ਸਿੱਖਿਤ ਹੋਣਗੇ, ਅਧਿਕਾਰ ਪਤੇ ਹੋਣਗੇ, ਤੇ ਜਦੋਂ ਅਧਿਕਾਰ ਪਤਾ ਹੋਣਗੇ ਤੇ ਅਧਿਕਾਰਾਂ ਦੀ ਮੰਗ ਵੀ ਕਰਨਗੇ। ਫਿਰ ਇਹਨਾਂ ਨੂੰ ਇਹ ਵੀ ਸਮਝ ਆਏਗਾ ਕਿ ਸਰਕਾਰ ਅਧਿਕਾਰ ਦਿੰਦੀ ਕਿੱਦਾਂ ਦਊਗੀ, ਸਰਕਾਰ ਕੋਲੇ ਸਾਧਨ ਕਿੱਥੋਂ ਆਣਗੇ। ਹੁਣ ਅਸੀਂ ਇਹ ਬੱਚਿਆਂ ਨੂੰ T4 ਟੈਕਸ ਇਸ ਕਰਕੇ ਪੜ੍ਹਾਉਂਦੇ ਹਾਂ ਕਿ ਇਹਨਾਂ ਨੂੰ ਇਹ ਵੀ ਪਤਾ ਚੱਲੇ ਕਿ ਜਿਹੜੇ ਸਾਧਨ ਹੈ ਸਰਕਾਰ ਕੋਲੇ, ਉਹ ਟੈਕਸ ਦੇ ਥਰੂ ਇਕੱਠੇ ਹੁੰਦੇ ਨੇ। ਅੱਛਾ, ਮੈਨੂੰ ਇਹ ਤੁਸੀਂ ਵਧੀਆ ਗੱਲ ਕੀਤੀ ਹੈ। ਪਹਿਲਾਂ ਦੱਸ ਦਿਓ ਤੁਸੀਂ, ਬਾਕੀ ਜਿਹੜੇ ਬੱਚੇ ਪੜ੍ਹੇ ਹੋਣਗੇ, ਅਸੀਂ ਵੀ ਪੜ੍ਹੇ ਹਾਂ, ਤਾਂ A ਫॉर ਐਪਲ, B ਫॉर ਬਾਲ ਪੜ੍ਹੇ ਹੋਏ ਹਾਂ। ਲੇਕਿਨ ਇੱਥੇ ਜਿਹੜਾ A ਫॉर ਐਡਮਿਨਿਸਟ੍ਰੇਸ਼ਨ ਹੈ, ਇੱਦਾਂ ਕਰਕੇ ਜਿਹੜਾ ਪੜ੍ਹਾਇਆ ਜਾਂਦਾ ਪੂਰੇ ਤਰੀਕੇ ਦੇ ਨਾਲ, ਮਤਲਬ ਕਿ A ਫॉर ਕੀ ਹੁੰਦੇ ਆ, ਇਹ ਪਹਿਲਾਂ ਸਮਝਾਇਆ ਜਾ ਵੀ ਇਹ ਦਿਮਾਗ ਦੇ ਵਿੱਚ ਕਿੱਦਾਂ ਹੈ ਕਿ ਇਹਨਾਂ ਨੂੰ ਇਸ ਤਰੀਕੇ ਨਾਲ ਪੜ੍ਹਾਉਣਾ ਜਿਹੜਾ ਲਾਜ਼ਮੀ ਹੋਣਾ ਚਾਹੀਦਾ ਹੈ। ਇਹਦੀ ਵੀ ਸ਼ੁਰੂਆਤ ਇਸੇ ਗੱਲ ਤੋਂ ਹੁੰਦੀ ਹੈ ਕਿ ਜਿਹੜੇ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਜਿਹੜੀ ਦੇਸ਼ ਦੀ ਸਾਡੀ ਸਿਚੁਏਸ਼ਨ ਹੈ, ਹਾਲਾਤ ਹੈ, ਉਹੀ ਹੈ ਕਿ ਗਰੀਬੀ ਖਤਮ ਨਹੀਂ ਹੋਈ। ਗਰੀਬ ਰਹਿ ਗਿਆ, ਅਮੀਰ ਬਹੁਤ ਅਮੀਰ ਬਣ ਗਿਆ। ਅਮੀਰੀ ਔਰ ਗਰੀਬੀ ਦਾ ਫਾਸਲਾ ਇੰਨਾ ਕੁ ਵੱਧ ਗਿਆ ਕਿ ਅੱਜ ਸਾਡੀ ਸਾਰੀ ਵਿਵਸਥਾ ਹੌਲੀ ਹੌਲੀ ਵਿਗੜਦੀ ਜਾ ਰਹੀ ਹੈ। ਭ੍ਰਸ਼ਟ ਲੋਕ ਚੁਣਾਵ ਜਿੱਤ ਕੇ ਸਰਕਾਰਾਂ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ, ਉਹ ਸਾਰੇ ਸਿਸਟਮ ਨੂੰ ਖਰਾਬ ਕਰਦੇ ਪਏ ਨੇ। ਤੇ ਜਿਹੜਾ ਸਿਸਟਮ ਹੈ, ਉਹਦੀ ਨੌਲੇਜ ਹੈ ਨਹੀਂ ਲੋਕਾਂ ਨੂੰ। ਜਿਹੜੇ ਲੋਕ ਤੇ ਪੋਜੀਸ਼ਨ ਆਫ ਪਾਵਰ 'ਚ ਹੈ, ਉਹ ਤੇ ਸਾਰੇ ਆਪਣੇ ਅਧਿਕਾਰ ਲਈ ਜਾਂਦੇ ਨੇ। ਜਿਹੜੇ ਲੋਕ ਪਾਵਰਫੁਲ ਪੋਜੀਸ਼ਨ 'ਚ ਨਹੀਂ ਹੈ, ਜਿਹੜੇ ਅਥਾਰਟੀ 'ਚ ਨਹੀਂ ਹੈ, ਜਿਹੜੇ ਆਮ ਜਨਤਾ, ਉਹਨਾਂ ਨੂੰ ਉਹਨਾਂ ਦੇ ਅਧਿਕਾਰ ਨਹੀਂ ਮਿਲਦੇ ਪਏ। ਫਿਰ ਮੈਨੂੰ ਲੱਗਿਆ ਕਿ ਵੀ ਇਹ ਜਿਹੜਾ ਸਿਸਟਮ ਕੀ ਹੈ, ਜਿਹੜਾ ਇਹਨਾਂ ਨੂੰ ਸਮਝ ਆਉਣਾ ਚਾਹੀਦਾ। ਤੇ ਮੈਂ ਦੇਖਿਆ ਜਿਹੜੇ ਸਿਸਟਮ ਦੇ ਨਾਲ ਦੇਸ਼ ਚੱਲਦਾ ਹੈ, ਸਰਕਾਰਾਂ ਚੱਲਦੀਆਂ, ਜਾਂ ਜਿਹੜੀ ਸਰਕਾਰ ਦੀ ਨੀਤੀ ਮੇਰੀ ਜ਼ਿੰਦਗੀ ਨੂੰ ਅਫੈਕਟ ਕਰਦੀ ਹੈ, ਉਹਦੀ ਨੌਲੇਜ ਹੋਣੀ ਚਾਹੀਦੀ ਹੈ। ਹੁਣ ਜਿਵੇਂ ਆਪਣੇ ਸੜਕ ਖਰਾਬ ਹੈ, ਬਿਜਲੀ ਦਾ ਖੰਭਾ ਖਰਾਬ ਹੈ, ਨਹਿਰਾਂ ਦੇ ਵਿੱਚ ਗੰਦਗੀ ਹੈ, ਪਾਣੀ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ, ਸਬਜ਼ੀਆਂ ਜਿਹੜੀਆਂ ਮਿਲਾਵਟੀ ਮਿਲ ਰਹੀਆਂ, ਜਾਂ ਸਾਨੂੰ ਆਪਣਾ ਮਿਠਾਈਆਂ ਮਿਲਾਵਟੀ ਮਿਲਦੀਆਂ, ਜਾਂ ਸਬਜ਼ੀਆਂ ਦੇ ਵਿੱਚ ਪੈਸਟੀਸਾਈਡ ਦਾ ਛਿੜਕਾਅ ਬਹੁਤ ਵੱਧਦਾ ਪਿਆ। ਇਹ ਸਾਰੀ ਚੀਜ਼ਾਂ ਦੇ ਪਿੱਛੇ ਕੀ ਕਾਰਨ? ਅਲਟੀਮੇਟਲੀ ਨੁਕਸਾਨ ਤੇ ਸਾਡੀ ਆਮ ਜਨਤਾ ਦਾ ਹੈ ਨਾ, ਆਮ ਲੋਕਾਂ ਦਾ ਨੁਕਸਾਨ ਹੈ। ਪਰ ਇਸ ਚੀਜ਼ ਨੂੰ ਕਿੱਦਾਂ ਦੂਰ ਕੀਤਾ ਜਾਵੇ? ਅਸੀਂ ਕਹਿੰਦੇ ਜੀ ਐਡਮਿਨਿਸਟ੍ਰੇਸ਼ਨ ਜ਼ਿੰਮੇਦਾਰ ਹੈ। ਹੁਣ ਐਡਮਿਨਿਸਟ੍ਰੇਸ਼ਨ ਹੈ ਕਿ ਲੋਕਾਂ ਨੂੰ ਪਤਾ ਨਹੀਂ। ਫਿਰ ਅਸੀਂ ਕਿਹਾ ਵੀ ਜੇ ਐਡਮਿਨਿਸਟ੍ਰੇਸ਼ਨ ਪਤਾ ਹੀ ਨਹੀਂ ਤਾਂ ਐਡਮਿਨਿਸਟ੍ਰੇਸ਼ਨ ਤੋਂ ਕੰਮ ਕਿੱਦਾਂ ਕਰਾਉਣਗੇ? ਤੇ ਇਸ ਕਰਕੇ ਇਹਨਾਂ ਵਾਸਤੇ ਜ਼ਰੂਰੀ ਹੈ ਕਿ ਪਹਿਲਾਂ ਐਡਮਿਨਿਸਟ੍ਰੇਸ਼ਨ ਜਾਣਨ। ਅਸੀਂ ਕਿਹਾ ਫਿਰ A ਫॉर ਐਪਲ ਪੜ੍ਹਾਉਣ ਦੀ ਬਜਾਏ A ਫॉर ਐਡਮਿਨਿਸਟ੍ਰੇਸ਼ਨ ਪੜ੍ਹਾਓ, ਤਾਂ ਕਿ ਇਹਨਾਂ ਨੂੰ ਐਡਮਿਨਿਸਟ੍ਰੇਸ਼ਨ ਪਤਾ ਹੋਣੀ ਚਾਹੀਦੀ ਹੈ। ਹੁਣ ਸਾਡਾ ਕੰਟਰੀ ਜਿਹੜਾ ਹੈਗਾ ਲੋਕਤੰਤਰਿਕ ਹੈ, ਡੈਮੋਕ੍ਰੈਟਿਕ ਹੈ। ਇਹਨੂੰ D ਫॉर ਡੈਮੋਕ੍ਰੇਸੀ ਦੇ ਮਾਧਿਅਮ ਦੇ ਨਾਲ ਅਸੀਂ ਸਾਰੀ ਡੈਮੋਕ੍ਰੇਸੀ ਸਮਝਾਉਂਦੇ ਹਾਂ। C ਫॉर ਕਨਸਟੀਟਿਊਸ਼ਨ ਇਸ ਕਰਕੇ ਪੜ੍ਹਾਉਣਾ ਜ਼ਰੂਰੀ ਹੈ ਕਿਉਂਕਿ ਜਿੰਨੀ ਵੀ ਡੈਮੋਕ੍ਰੈਟਿਕ ਗਵਰਨਮੈਂਟ ਹੈ, ਉਹਦੇ ਜਿੰਨੇ ਵੀ ਅਧਿਕਾਰ ਹੈ, ਉਹ ਕਨਸਟੀਟਿਊਸ਼ਨ 'ਚ ਆਉਂਦੇ ਆ। ਇਹਨਾਂ ਦੇ ਬੱਚਿਆਂ ਦੇ ਅਧਿਕਾਰ ਵੀ ਕਨਸਟੀਟਿਊਸ਼ਨ 'ਚ ਆਉਂਦੇ ਆ। ਹੁਣ ਜਿਹੜੇ ਬੰਦੇ ਤੇ ਪਾਵਰ 'ਚ ਆ, ਉਹ ਤੇ ਆਪਣੇ ਅਧਿਕਾਰ ਲਈ ਜਾਂਦੇ ਆ, ਲੇਕਿਨ ਬੱਚਿਆਂ ਦੇ ਅਧਿਕਾਰ ਜਿਹੜੇ ਆ ਉਹ ਡਿਨਾਈ ਹੋਈ ਜਾ ਰਹੇ ਆ। ਤੇ ਜੇ ਇਹਨਾਂ ਨੂੰ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਦਿੱਤੇ ਹੋਏ ਅਧਿਕਾਰ ਪਤਾ ਹੋਣਗੇ, ਤੇ ਇਹਨਾਂ ਨੂੰ ਇਹ ਵੀ ਪਤਾ ਹੋਏਗਾ ਜੇ ਬੰਦਾ ਅਥਾਰਟੀ 'ਚ ਆਪਣੇ ਅਧਿਕਾਰ ਲੈ ਰਿਹਾ ਤੇ ਸਾਨੂੰ ਵੀ ਉਹਨੇ ਅਧਿਕਾਰ ਦੇਣੇ ਆ। ਇਸ ਕਰਕੇ ਅਸੀਂ C ਫॉर ਕਨਸਟੀਟਿਊਸ਼ਨ
ਹੁਣ ਡੀ ਫॉर ਡੈਮੋਕ੍ਰੇਸੀ, ਈ ਫॉर ਇਲੈਕਸ਼ਨ, ਕਿਉਂਕਿ ਜਿਹੜੇ ਡੈਮੋਕ੍ਰੇਸੀ ਇਲੈਕਸ਼ਨ ਦੇ ਉੱਪਰ ਚੱਲਣੀ ਆ, ਅਸੀਂ ਫਿਰ ਈ ਫॉर ਇਲੈਕਸ਼ਨ ਪੜ੍ਹਾਉਣਾ ਸ਼ੁਰੂ ਕੀਤਾ। ਹੁਣ ਇਲੈਕਸ਼ਨ ਤੋਂ ਬਾਅਦ ਜਿਹੜਾ ਬੰਦਾ ਜਿੱਤੇਗਾ ਜੀ ਫॉर ਗਵਰਨਮੈਂਟ ਬਣਾਏਗਾ। ਹੁਣ ਜਿਹੜਾ ਜੀ ਫॉर ਗਵਰਨਮੈਂਟ ਬਣਾਏਗਾ ਉਹ ਕਿੱਦਾਂ ਚੱਲੇਗੀ ਗਵਰਨਮੈਂਟ? ਅਸੀਂ ਟੀ ਫॉर ਟੈਕਸ ਤੇ ਪੈਸੇ, ਇਸ ਤਰੀਕੇ ਨਾਲ ਅਸੀਂ ਇੰਟੈਗਰੇਟਿਡ ਐਜੂਕੇਸ਼ਨ ਬਣਾਈ ਜਿਹੜੀ 26 ਅਲਫਾਬੈਟ ਦੇ ਵਿੱਚ ਇਹਨਾਂ ਨੂੰ 26 ਉਹ ਚੈਪਟਰ ਸਿਖਾ ਦਿੰਦੀ ਹੈ ਜਿਹਦੇ ਨਾਲ ਇਹਨਾਂ ਨੂੰ ਸਾਰਾ ਪਤਾ ਚੱਲ ਜਾਏਗਾ ਕਿ ਦੇਸ਼ ਕਿੱਦਾਂ ਚੱਲਦਾ, ਇਹਨਾਂ ਦੀ ਜ਼ਿੰਦਗੀ ਕਿੱਦਾਂ ਚੱਲਦੀ ਹੈ। ਐਡਵੋਕੇਟ ਸਾਹਿਬ ਤੁਸੀਂ ਇਕੱਲੇ ਕਰਦੇ ਹੋ ਇਹ ਸਾਰਾ ਕੰਮ ਕਿ ਨਾਲ ਤੁਹਾਡੇ ਕੋਈ ਹੋਰ ਵੀ ਹੈਗਾ ਆ? ਇਹ ਸਾਰਾ ਉਪਰਾਲਾ ਮੇਰਾ ਆਪਣਾ ਇਨੀਸ਼ੀਏਟਿਵ ਹੈ, ਸਾਰੀ ਮੇਰੀ ਆਪਣੀ ਸੋਚ ਹੈ। ਤੇ ਉਸ ਤੋਂ ਬਾਅਦ ਮੈਂ ਆਪਣੀ ਟੀਮ ਬਣਾਈ ਹੋਈ ਹੈ ਟੀਚਰਸ ਦੀ, ਜਿਨ੍ਹਾਂ ਨੂੰ ਮੈਂ ਟ੍ਰੇਨ ਕਰਦਾ ਤਾਂ ਕਿ ਉਹ ਮੇਰੀ ਹੈਲਪ ਕਰਦੇ ਨੇ ਅੱਗੇ ਜਿਹੜੀ ਐਜੂਕੇਸ਼ਨ ਮੈਂ ਬਣਾਈ ਹੈ ਉਹ ਬੱਚਿਆਂ ਨੂੰ ਡਿਲੀਵਰ ਕਰਨ 'ਚ। ਜਿੱਥੇ ਉਹਨਾਂ ਨੂੰ ਔਕੜ ਆਉਂਦੀ ਹੈ ਉੱਥੇ ਉਹਨਾਂ ਦੀ ਮੈਂ ਹੈਲਪ ਕਰਦਾ। ਜੀ ਬੱਚਿਆਂ ਨਾਲ ਗੱਲਬਾਤ ਕਰ ਸਕਦੇ ਹਾਂ ਅਸੀਂ? ਹਾਂਜੀ ਹਾਂ, ਬਿਲਕੁਲ ਕਰੋ ਜੀ, ਬਿਲਕੁਲ। ਕਿਹੜੇ ਬੱਚੇ ਨੇ ਜੀ? ਸਾਰੇ ਵੈਸੇ ਪੜ੍ਹਾਏ ਜਾਂਦੇ ਨੇ ਹੁਣ ਕਿ ਨਵੇਂ ਕਿਹੜੇ ਨੇ? ਸਾਰੇ ਬੱਚੇ ਸੇਮ ABCD ਤੋਂ ਸ਼ੁਰੂਆਤ ਕਰਦੇ ਨੇ। ਸੋਨੀਆ ਕਮ ਹੇਅਰ, ਸੁਣੀ ਅੱਜ ਬੇਟਾ ABC ਸੁਣਾਓ ਫਟਾਫਟ। ABCD ਸੁਣਾ ਦੋਗੇ ਆਪ? ਸੁਣਾਓ ਚਲੋ। A for admin, B for ballot book, C for constitution, D for democracy, E for election, F for freedom, G for government, H for happy, I for independent, J for judge, K for knowledge, L for law, N for money, N for notice, O for opinion, P for power, Q for question, R for right, S for state, T for tax, U for unique, B for board, W for work, X for X-ray, Y for youth, Z for jill. अच्छा, आपको पढ़ के मजा आता है? हाँ जी। कितना मजा आता है? पहले अपन जब पढ़ाई करते थे तो अब क्या पढ़ाते थे ABCD में? ए फॉर एप्पल, बी फॉर बॉल। हाँ जी। अब अच्छा लगता है? अच्छा, आपके साथ आपके भाई बहन भी पढ़ते हैं यहाँ पे? हाँ यही है। यही वाले हैं। ਤੁਹਾਨੂੰ मजा आता है? आपको मजा आता है यहाँ पढ़ने में? यस। अच्छा लगता है? हाँ। ਅੱਛਾ ਸਰ, ਤੁਸੀਂ ਕਹਿੰਦੇ ਵੀ ਸੀ ਪ੍ਰੀਐਮਬਲ ਵੀ ਕਿਸੇ ਬੱਚੇ ਨੂੰ ਆਉਂਦਾ ਹੈ ਜਿਹੜਾ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਫਸਟ ਦੇ ਹੁੰਦਾ ਹੈ ਪੇਜ ਤੇ, ਕਿਹੜੇ ਵਾਲੇ ਬੱਚੇ ਨੇ ਉਹ? ਸੋ ਪਹਿਲਾਂ ਦੱਸ ਦਈਏ ਪ੍ਰੀਐਮਬਲ ਜਿਹੜਾ ਵਾ ਨਾ ਕਈ ਜਿਹੇ ਨੇ ਸਾਡੇ ਵਰਗੇ ਪੜ੍ਹੇ ਨੇ, ਸਾਨੂੰ ਵੀ ਪੂਰਾ ਯਾਦ ਨਹੀਂ ਹੋਊਗਾ, ਲੇਕਿਨ ਇੰਨੇ ਸ਼ਾਰਪ ਨੇ ਬੱਚੇ ਉਹਨਾਂ ਨੂੰ ਯਾਦ ਹੈ। ਅੱਛਾ, ਪ੍ਰੀਐਮਬਲ ਦੇ ਬਾਰੇ ਸੁਣਾ ਸਕਦੇ ਤੁਸੀਂ? We, the people of India, having solemnly resolved to constitute India into a sovereign, socialist, secular, democratic republic, and to secure to all its citizens justice, social, economic, and political liberty of thought expression, belief, faith, and worship, liberty of thought expression, belief, faith, and worship, equality of status and opportunity, and to promote among them all fraternity, assuring the dignity of the unity of the integration of the nation. ਸੋ ਪ੍ਰੀਐਮਬਲ ਵੀ ਸੁਣਾ ਦਿੱਤਾ ਗਿਆ ਹੈ। ਐਡਵੋਕੇਟ ਸਾਹਿਬ, ਨਾਲ ਦੀ ਨਾਲ ਮੀਨਿੰਗ ਸਮਝਾਇਆ ਜਾਂਦਾ ਬੱਚਿਆਂ ਨੂੰ ਇਸ ਦੇ ਨਾਲ? ਪਹਿਲਾਂ ਅਸੀਂ ਇਹਨਾਂ ਨੂੰ ਅਲਫਾਬੈਟ ਸਮਝਾਉਂਦੇ ਹਾਂ, ਪੂਰੇ ਅਲਫਾਬੈਟ ਦੇ ਜਿਹੜੇ ਸ਼ਬਦ ਹੈ, ਕਿਉਂਕਿ ਇਹਨਾਂ ਵਾਸਤੇ ਨਵੇਂ ਸੀਗੇ। ਅਸੀਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅਲਫਾਬੈਟ ਸੇ ਸ਼ਬਦ ਸਿਖਾਉਣ ਤੋਂ, A ਫॉर ਐਡਮਿਨਿਸਟ੍ਰੇਸ਼ਨ, B ਫॉर ਬੈਲਟ। ਫਿਰ ਅਸੀਂ ਹੌਲੀ ਹੌਲੀ ਜਿਵੇਂ ਜਿਵੇਂ ਬੱਚੇ ਵੱਡੇ ਹੋ ਜਾਂਦੇ ਆ ਇਹਨਾਂ ਦੇ ਕਨਸੈਪਟ ਕਲੀਅਰ ਕਰੀ ਜਾਂਦੇ ਹਾਂ। ਹੁਣ ਜਿਵੇਂ D ਫॉर ਡੈਮੋਕ੍ਰੇਸੀ ਹੈ, ਇਹਦੇ ਪੂਰੇ ਕਨਸੈਪਟ ਇਹਨਾਂ ਨੂੰ ਤੁਸੀਂ ਸੁਣਨੇ ਚਾਹਣ ਕਿੱਦਾਂ ਸਿੱਖਦੇ ਨੇ, ਤੁਹਾਨੂੰ ਉਹਨੇ ਦਿਖਾਉਣਾ। ਸੀਤਾ ਕਮ ਹੇਅਰ, ਵਾਟ ਇਜ਼ D ਫॉर ਡੈਮੋਕ੍ਰੇਸੀ? Democracy means there is a election. In the election, there is before vote. Whosoever gets the maximum vote gets C for elected. The one who gets elected makes the G for government and gets T for tax money for providing our R for rights. ਹੋਰ ਇਸ ਦੇ ਨਾਲ ਹੋਰ ਵੀ ਕੁਝ ਬੋਲ ਲੈਂਦੇ ਨੇ? ਹਾਂਜੀ ਹਾਂਜੀ, ਦੇ ਨੋ ਆਲ ਅਬਾਊਟ ਦੇ ਰਾਈਟਸ। ਵਾਟ ਆਰ ਯੋਰ ਰਾਈਟਸ? Right to life, right to food, right to education, right to shelter, right to livelihood, right to equality, right to life with human dignity. Right to against exploitation. Yeah. ਹੋ ਰਹਿ ਗਿਆ? ਕੋਈ ਬਾਤ ਨਹੀਂ ਸਰ, ਇਸ ਦੇ ਨਾਲ ਨਾਲ ਇਹ ਵੀ ਗੱਲ ਕਰਨੀ ਬਣਦੀ ਆ ਵੀ ਤੁਸੀਂ ਹੁਣ ਇਕੱਲੇ ਲੱਗੇ ਹੋਏ ਹੋ ਨਾ, ਬਹੁਤ ਸਾਰੇ ਲੋਕਾਂ ਨੇ ਇਸ ਤਰੀਕੇ ਨਾਲ ਉਪਰਾਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਨਾ, ਲੇਕਿਨ ਬਾਅਦ ਵਿੱਚ ਕੀ ਹੁੰਦਾ ਆ, ਕੁਝ ਸਮੇਂ ਬਾਅਦ ਉਹ ਪਿੱਛੇ ਹਟ ਜਾਂਦੇ ਨੇ। ਤੁਸੀਂ ਇਸ ਨੂੰ ਇਸੇ ਤਰੀਕੇ ਨਾਲ ਲਗਾਤਾਰ ਨਿਰੰਤਰ ਜਾਰੀ ਰੱਖਣ ਦੇ ਲਈ ਹੋਰ ਕੀ ਸਟੈਪ ਚੱਕ ਰਹੇ ਹੋ? ਦੇਖੋ, ਇਸ ਤਰ੍ਹਾਂ ਪਹਿਲਾਂ ਤੇ ਆਪਣੇ ਮਨ ਦੇ ਵਿੱਚ ਤੁਹਾਨੂੰ ਕਮਿਟਮੈਂਟ ਕਰਨੀ ਪੈਂਦੀ ਹੈ ਕਿ ਮੈਂ ਬੱਚੇ ਪੜ੍ਹਾਉਣੇ ਆ। ਉਹ ਕਮਿਟਮੈਂਟ ਤੁਹਾਡੇ ਨਾਲ ਇੰਨੀ ਕੁ ਜਟਿਲ ਔਰ ਸਟਰੋਂਗ ਹੋਣੀ ਚਾਹੀਦੀ ਹੈ ਵੀ ਜੇ ਤੁਸੀਂ ਉਹ ਕਮਿਟਮੈਂਟ ਤੋੜਦੇ ਹੋ ਤੁਹਾਨੂੰ ਪਤਾ ਚੱਲੇ ਵੀ ਤੁਸੀਂ ਆਪਣੇ ਆਪ ਨਾਲ ਧੋਖਾ ਕੀਤਾ। ਜੇ ਤੁਸੀਂ ਉਹ ਕਮਿਟਮੈਂਟ ਨੂੰ ਪੂਰਾ ਕਰਨਾ ਫਿਰ ਤੁਹਾਨੂੰ ਸੈਕਰੀਫਾਈਸ ਕਰਨ ਵਾਸਤੇ, ਕੁਰਬਾਨੀਆਂ ਦੇਣ ਵਾਸਤੇ ਵੀ ਤਿਆਰ ਰਹਿਣਾ ਪਊਗਾ। ਤੇ ਮੈਂ ਆਪਣੇ ਵਕਤ ਨੂੰ ਬਹੁਤ ਐਡਜਸਟ ਕੀਤਾ, ਆਪਣੇ ਰਿਸੋਰਸਿਸ ਨੂੰ, ਸਾਧਨਾਂ ਨੂੰ ਬੜਾ ਐਡਜਸਟ ਕੀਤਾ। ਮੈਂ 2013 ਤੋਂ ਬੱਚੇ ਪੜ੍ਹਾਉਣੇ ਸ਼ੁਰੂ ਕੀਤੇ ਸੀਗੇ ਤੇ ਹੁਣ 2021 ਆ ਗਿਆ। ਲਗਾਤਾਰ 8 ਸਾਲ ਦੇ ਬੱਚਿਆਂ ਨੂੰ ਪੜ੍ਹਾਉਂਦੇ ਹੋ ਗਏ ਔਰ 8 ਸਾਲਾਂ ਦਾ ਨਤੀਜਾ ਇਹ ਹੈ ਕਿ ਬੱਚੇ ਇੰਗਲਿਸ਼ ਮੀਡੀਅਮ ਵਿੱਚ ਪੜ੍ਹਦੇ ਨੇ, 5ਵੀਂ ਦਾ ਐਗਜ਼ਾਮ ਪਾਸ ਕਰ ਚੁੱਕੇ ਨੇ, 8ਵੀਂ ਦੀ ਤਿਆਰੀ ਕਰ ਰਹੇ ਨੇ। ਹੁਣ ਕੁਝ ਬੱਚੇ ਇਹਨਾਂ 'ਚੋਂ ਲਾਇਰ ਬਣਨਾ ਚਾਹ ਰਹੇ ਨੇ, ਕੋਈ IAS ਬਣਨਾ ਚਾਹ ਰਿਹਾ। ਉਹ ਇੱਕ ਅਰਮਾਨ ਇਹਨਾਂ ਦੇ ਅੰਦਰ ਪੈਦਾ ਹੋਇਆ ਇਸ ਚੀਜ਼ ਨੂੰ ਜਾਣਦੇ ਹੋਏ ਜਦੋਂ ਇਹਨਾਂ ਨੂੰ ਸਿੱਖਿਆ ਸਮਝ ਆਉਣ ਲੱਗੀ। ਹੁਣ ਉਹ ਸਾਡਾ ਪੜ੍ਹਾਉਣ ਦਾ ਤਰੀਕਾ ਇੰਨਾ ਵਧੀਆ ਸੀ ਜਿਹਦੇ ਨਾਲ ਇਹਨਾਂ ਨੂੰ ਸਿੱਖਿਆ ਸਮਝ ਆਉਣ ਲੱਗੀ।
ਔਰ ਇਹ ਵੀ ਪੱਕੀ ਗੱਲ ਹੈ ਜੀ, ਇਹ ਕੁਛ ਨਾ ਕੋਈ ਬਣਨਗੇ ਜ਼ਰੂਰ, ਚਾਹੇ ਆਈਪੀਐਸ ਹੋਣ ਚਾਹੇ ਲਾਇਰ ਜ਼ਰੂਰ ਬਣ, ਕਿਉਂਕਿ ਜਿਸ ਤਰੀਕੇ ਨਾਲ ਲਗਨ ਨਾਲ ਪੜ੍ਹਦੇ ਪਏ ਨੇ। ਇਹ ਬਿਲਕੁਲ ਪੱਕੀ ਗੱਲ ਹੈ ਔਰ ਇਹ ਬੱਚਿਆਂ ਦਾ ਬਹੁਤ ਵੱਡਾ ਯੋਗਦਾਨ ਵੀ ਹੈ, ਕਿਉਂਕਿ ਹੁਣ ਜਿਵੇਂ ਤੁਸੀਂ ਦੇਖੋ ਸੀਤਾ ਹੈ, ਇਹ ਇੱਥੇ ਬਾਲ ਵਿਵਾਹ ਬੜਾ ਪ੍ਰਚਲਿਤ ਹੈ। 12 13 14 ਸਾਲ ਦੀ ਉਮਰ ਦੇ ਵਿੱਚ ਵਿਆਹ ਹੋਣੇ ਬਹੁਤ ਕਾਮਨ ਹੈ, ਚਾਹੇ ਸਰਕਾਰਾਂ ਜੋ ਮਰਜ਼ੀ ਕਹੀ ਜਾਣ। ਇਹਦੇ ਉੱਪਰ ਵੀ ਬੜਾ ਪ੍ਰੈਸ਼ਰ ਸੀਗਾ ਇਹਦੇ ਨਾਨੀ ਦਾ ਕਿ ਵੀ ਸੀਤਾ ਤੇਰੀ ਉਮਰ ਹੋ ਗਈ ਹੈ, ਸ਼ਾਦੀ ਕਰ ਦੀ, ਮੈਂ ਲੜਕਾ ਢੂੰਢ ਰਹੀ ਹੂੰ। ਇਸ ਬੱਚੀ ਨੇ ਨਾ ਕੇਵਲ ਆਪਣੇ ਵਿਆਹ ਨੂੰ ਰੋਕਿਆ, ਆਪਣੇ ਭਰਾਵਾਂ ਭੈਣਾਂ ਦੇ ਨੂੰ ਵੀ ਰੋਕਿਆ ਤੇ ਆਪਣੇ ਫਾਦਰ ਨੂੰ ਸਮਝਾਇਆ ਕਿ ਬੱਚਿਆਂ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਤੋ ਇੱਕ ਸਮਾਜ ਵਾਸਤੇ ਬਹੁਤ ਵੱਡਾ ਸੰਦੇਸ਼ ਹੈ ਬਦਲਾਵ ਦਾ, ਜਿਹੜਾ ਕਿ ਸਾਡੇ ਸਮਾਜ ਦੀ ਉન્નਤੀ ਔਰ ਤਰੱਕੀ ਵਾਸਤੇ ਬਹੁਤ ਜ਼ਰੂਰੀ ਹੈ। ਤੇ ਇਸ ਤਰੀਕੇ ਦੇ ਨਾਲ ਇਹ ਜਿਹੜੀ ਸਿੱਖਿਆ ਹੈ ਨਾ, ਇਹਦਾ ਜਿਹੜਾ ਰਿਜ਼ਲਟ ਹੈ ਉਹ ਕਈ ਤਰ੍ਹਾਂ ਦੇ ਮੈਨੀਫੋਲਡ ਰਿਜ਼ਲਟਸ ਨੇ। ਸਾਡੇ ਸੋਸ਼ਲ ਔਰ ਪੋਲੀਟੀਕਲ ਔਰ ਇਕਨੋਮਿਕ ਚੇਂਜ ਵਾਸਤੇ ਬਹੁਤ ਵੱਡਾ ਇੱਕ ਕੈਟਾਲਿਸਟ ਪ੍ਰੋਜੈਕਟ ਹੈ ਤੇ ਮੈਨੂੰ ਲੱਗਦਾ ਹੈ ਕਿ ਬੱਚੇ ਤੇ ਅੱਗੇ ਚੱਲ ਕੇ बहुत बड़े बनेंगे। अच्छा बेटा, जब आप पहले पढ़ाई करते थे पहले, जब इससे पहले? नहीं, इससे पहले तो मैं फीस दे के पढ़ती थी, एक रोहित सर थे ना, उनके पास पढ़ती थी मैं। अब बिना फीस के आराम से पढ़ते हो, इंग्लिश में पढ़ते हो, या अब अच्छा लगता है ना? यस। अच्छा, क्या कहना चाहते हो जो बच्चे आजकल के हैं जो पढ़ना चाहते हैं लेकिन पढ़ नहीं पाते हैं वो? बस यही कहूँगी कि जैसे मैं पढ़ रही हूँ, अगर तुम्हें भी कोई इंसान अगर सर जैसा मिले तो उनको ठुकराना मत, उनके साथ जुड़ के तुम भी पढ़ना। ਐਡਵੋਕੇਟ ਸਾਹਿਬ, ਅਖੀਰਲਾ ਸਵਾਲ ਹੈ, ਹੁਣ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸਾਡੀ ਜਿਹੜੀ ਪਬਲਿਕ ਹੈ, ਹੁਣ ਜਿਹੜੀ ਤੁਹਾਨੂੰ ਦੇਖ ਰਹੇ ਹੋਣਗੇ, ਬਹੁਤ ਸਾਰੇ ਲੋਕ ਨੇ ਜਿਹੜੇ ਕੀ ਕਰਦੇ ਨੇ, ਇਸੇ ਤਰੀਕੇ ਦੇ ਨਾਲ ਮੂਹਰੇ ਆਉਣ ਦੀ ਕੋਸ਼ਿਸ਼ ਜ਼ਰੂਰ ਕਰਦੇ ਨੇ, ਲੇਕਿਨ ਉਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਨੋਬਲ ਟੁੱਟ ਜਾਂਦਾ ਹੈ ਨਾ, ਵੀ ਹਾਂ ਅਸੀਂ ਮਦਦ ਕਰਨ ਜਾ ਰਹੇ ਹਾਂ ਤਾਂ ਵਿੱਚ ਅੜਚਣਾਂ ਬਹੁਤ ਆਉਂਦੀਆਂ ਨੇ। ਅਜਿਹੇ ਲੋਕਾਂ ਜਿਹੜੇ ਮਦਦ ਕਰਨਾ ਚਾਹੁੰਦੇ ਨੇ ਉਹਨਾਂ ਦੇ ਲਈ ਤੁਸੀਂ ਕੀ ਸੁਨੇਹਾ ਲੈ ਕੇ ਆ ਰਹੇ ਹੋ, ਤੇ ਜਿਹੜੇ ਪੜ੍ਹਨਾ ਚਾਹੁੰਦੇ ਨੇ ਇਸ ਤਰੀਕੇ ਨਾਲ ਗਰੀਬ ਪਰਿਵਾਰ, ਉਹਨਾਂ ਦੇ ਲਈ ਕੀ ਸੁਨੇਹਾ ਹੈ? ਦੇਖੋ, ਸਭ ਤੋਂ ਪਹਿਲਾਂ ਔਰ ਸਭ ਤੋਂ ਜ਼ਰੂਰੀ ਇਹ ਗੱਲ ਹੈ ਜਿਹੜੀ ਸਮਝਣੀ ਪਏਗੀ ਕਿ ਦੇਸ਼ ਮੇਰਾ ਹੈ। ਜੇ ਦੇਸ਼ ਦੇ ਵਿੱਚ ਗੰਦਗੀ ਹੈ ਤੇ ਉਹ ਗੰਦਗੀ ਦਾ ਅਸਰ ਮੇਰੇ ਉੱਪਰ ਵੀ ਹੋਣਾ ਹੈ। ਤੇ ਜੇ ਮੈਂ ਚੰਗਾ ਦੇਸ਼ ਬਣਾਉਣਾ ਚਾਹੁੰਦਾ, ਮੈਂ ਅਮਰੀਕਾ ਦੀ ਗੱਲ ਕਰ ਲਾਂ, ਮੈਂ ਚਾਈਨਾ ਦੀ ਗੱਲ ਕਰ ਲਾਂ, ਮੈਂ ਸਿੰਗਾਪੁਰ ਦੀ ਗੱਲ ਕਰਾਂ, ਗੱਲਾਂ ਨਾਲ ਕੁਝ ਨਹੀਂ ਹੋਣਾ। ਸਾਨੂੰ ਧਰਤੀ ਤੇ ਉੱਠ ਕੇ, ਜ਼ਮੀਨ ਤੇ ਉੱਠ ਕੇ ਕੰਮ ਕਰਨਾ ਪੈਣਾ। ਉਹ ਸਭ ਤੋਂ ਜ਼ਰੂਰੀ ਕੰਮ ਹੈ ਕਿ ਅਸੀਂ ਬੱਚਿਆਂ ਨੂੰ ਸਿੱਖਿਤ ਕਰੀਏ ਔਰ ਸਿੱਖਿਆ ਉਹ ਦਈਏ ਜਿਹੜੀ ਰੈਲੀਵੈਂਟ ਹੋਵੇ, ਇਹ ਬੱਚਿਆਂ ਦੇ ਵੀ ਕੰਮ ਆਵੇ ਤੇ ਸਾਡੇ ਦੇਸ਼ ਦੇ ਵੀ ਕੰਮ ਆਵੇ। ਮੈਨੂੰ ਲੱਗਦਾ ਇਸ ਤੋਂ ਵੱਡਾ ਉਪਰਾਲਾ ਕੋਈ ਹੋਰ ਕਰਨ ਦੀ ਜ਼ਰੂਰਤ ਨਹੀਂ ਹੈ। ਜੇ ਅਸੀਂ ਸਿੱਖਿਆ ਦੇਤੀ ਸਾਰਿਆਂ ਨੂੰ, ਸਿੱਖਿਆ ਦੇ ਨਾਲ ਹਰ ਤਰ੍ਹਾਂ ਦਾ ਕੰਮ ਸਾਡਾ ਸੋਲਵ ਹੋ ਜਾਏਗਾ। ਇਹਨਾਂ ਨੂੰ ਪੇੜਾਂ ਦੀ ਵੀ ਵੈਲਿਊ ਪਤਾ ਚੱਲ ਜਾਏਗੀ, ਸੜਕਾਂ ਸਾਫ਼ ਰੱਖਣੀਆਂ, ਪਬਲਿਕ ਪ੍ਰੋਪਰਟੀ ਕਿੱਦਾਂ ਮੇਨਟੇਨ ਕਰਨੀ ਹੈ, ਹਰ ਚੀਜ਼ ਇਹਨਾਂ ਨੂੰ ਪਤਾ ਹੋਏਗੀ। ਤੇ ਜਿਹੜੇ ਸਾਡੇ ਰਿਸੋਰਸਿਸ ਵੇਸਟ ਹੁੰਦੇ ਆ ਉਹਦੀ ਵੇਸਟੇਜ ਵੀ ਰੁਕ ਜਾਏਗੀ ਤੇ ਸਾਡਾ ਦੇਸ਼ ਆਪਣੇ ਆਪ ਹੀ ਤਰੱਕੀ ਤੇ ਚੱਲ ਜਾਏਗਾ। ਬਹੁਤ ਧੰਨਵਾਦ ਜੀ। ਅਜਿਹੇ ਲੋਕ ਜਿਹੜੇ ਬਹੁਤ ਘੱਟ ਮਿਲਦੇ ਨੇ, ਜਿਹੜੇ ਇੱਦਾਂ ਗਰੀਬ ਪਰਿਵਾਰਾਂ ਦੇ ਲਈ ਅੱਗੇ ਆਉਂਦੇ ਨੇ, ਉਹਨਾਂ ਨੂੰ ਐਜੂਕੇਸ਼ਨ ਦਿੰਦੇ ਨੇ। ਤੁਹਾਨੂੰ ਪਹਿਲਾਂ ਇੱਕ ਵਾਰ ਦੁਬਾਰਾ ਤੋਂ ਦਿਖਾ ਦਿੰਦਾ ਕਿਸ ਤਰੀਕੇ ਦੇ ਨਾਲ ਹੈ। ਇਹ ਪਿੰਡ ਵਾ ਜੀ, ਡੈਰੀਆਂ ਦੇ ਨਾਲ ਬਿਲਕੁਲ ਪਿੰਡ ਵਾ। ਇੱਥੇ ਜਗ੍ਹਾ ਤੇ ਜਿਵੇਂ ਪਿੰਡਾਂ ਦੇ ਵਿੱਚ ਪਿੰਡ ਬਣੇ ਹੁੰਦੇ ਨੇ, ਗੋਹਾ ਸੁੱਟਿਆ ਜਾਂਦਾ ਤੇ ਉਸ ਤੋਂ ਪਾਥੀਆਂ ਬਣਦੀਆਂ ਨੇ, ਇਸ ਤਰੀਕੇ ਦੇ ਨਾਲ ਇਹ ਜਗ੍ਹਾ ਆ। ਔਰ ਇਸ ਦੇ ਨਾਲ ਇੱਥੇ ਆ ਝੌਂਪੜੀ ਆ, ਇੱਥੇ ਬਾਅਦ 'ਚ ਇਹਨਾਂ ਨੂੰ ਪੜ੍ਹਾਈ ਵੀ ਕਰਾਈ ਜਾਂਦੀ ਹੈ। ਔਰ ਜਿਹੜੇ ਗਰੀਬ ਪਰਿਵਾਰ ਨੇ, ਜਿਹੜੇ ਪੜ੍ਹਨਾ ਚਾਹੁੰਦੇ ਨੇ, ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੇ ਨੇ, ਉਹਨਾਂ ਬੱਚਿਆਂ ਨੂੰ ਇੱਥੇ ਪੜ੍ਹਾਇਆ ਜਾਂਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਹੈ ਇੰਗਲਿਸ਼ ਮੀਡੀਅਮ ਦੇ ਵਿੱਚ, ਜਿਵੇਂ ਸਕੂਲਸ ਦੇ ਵਿੱਚ ਹੁੰਦੀ ਹੈ, ਉੱਦਾਂ ਇੰਗਲਿਸ਼ ਜਿਹੜੀ ਪੜ੍ਹਾਈ ਜਾਂਦੀ ਹੈ, ਬੱਚੇ ਇੰਗਲਿਸ਼ ਵੀ ਬੋਲ ਲੈਂਦੇ ਨੇ। ਤਾਂ ਬਹੁਤ ਵੱਡਾ ਉਪਰਾਲਾ ਆ ਔਰ ਉਮੀਦ ਕਰਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਐਡਵੋਕੇਟ ਹਰੀਓਮ ਜੀ ਆਪਣਾ ਉਪਰਾਲਾ ਚਲਾ ਰਹੇ ਨੇ, ਇਸ ਤਰੀਕੇ ਨਾਲ ਹੋਰ ਵੀ ਲੋਕ ਅੱਗੇ ਆਉਣਗੇ ਔਰ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਨੇ ਉਹਨਾਂ ਨੂੰ ਪੜ੍ਹਾਇਆ ਜਾਊਗਾ ਤੇ ਆਪਣਾ ਜਿਹੜਾ ਸਿਸਟਮ ਹੈ ਉਸ ਨੂੰ ਸੁਧਾਰ ਕੀਤਾ ਜਾਊਗਾ। ਸੋ ਵਧੇਰੀ ਅਪਡੇਟਸ ਜੁੜ ਰਹੋ ਦਾ ਟਾਈਮਸ ਨਾਲ। ਕੈਮਰਾਮੈਨ ਹੈਰੀ ਦੇ ਨਾਲ ਗੁਰਦੀਪ ਸਿੰਘ ਲੰਮੇ, ਲੁਧਿਆਣਾ। ਹੁਣ ਲੁਧਿਆਣਾ ਦੀ ਹਰ ਖਬਰ ਦੇਖੋ ਆਪਣੇ ਮੋਬਾਈਲ ਤੇ। ਅਸੀਂ ਪਹੁੰਚਾਵਾਂਗੇ ਸੱਚੀ ਤੇ ਪਹਿਲੀ ਖਬਰ ਤੁਹਾਡੇ ਤੱਕ, ਚੁੱਕਾਂਗੇ ਤੁਹਾਡੇ ਮੁੱਦੇ, ਬਣਾਂਗੇ ਤੁਹਾਡੀ ਆਵਾਜ਼। ਜੁੜੋ ਸਾਡੇ ਨਾਲ, ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਾਡੇ ਚੈਨਲ ਲੁਧਿਆਣਾ ਟਾਈਮਸ, ਫੇਸਬੁੱਕ ਅਤੇ YouTube ਤੇ।